ਸਿੰਘ ਜੀ ਆਪਾਂ ਸਵਾਲ ਵੱਲ ਚੱਲਦੇ ਹਾਂ। ਇੱਕ ਸਵਾਲ ਜਿਹੜਾ ਹੈ ਉਹ ਵੀ ਪਿਛਲੇ ਹਫਤੇ ਜਿਹੜਾ ਪ੍ਰੋਗਰਾਮ ਚੱਲ ਰਿਹਾ ਸੀ ਸਿਮਰਨ ਦਾ, ਉਹਦੇ ਵਿੱਚ ਸਰ ਗੁਰਬਚਨ ਸਿੰਘ ਜੀ ਨੇ ਸਵਾਲ ਪਾਇਆ ਸੀ ਕਿ ਮਨ ਮੈਂ ਸਿਮਰਨ ਨਾ ਕਿ ਮੁਖ ਮੈਂ ਸਿਮਰਨ। ਤੋ ਮੈਂ ਇਹ ਜਿਹੜੀ ਗੱਲ ਹੈ ਕਿ ਬਾਕੀ ਬੜੀ ਟੱਚਿੰਗ ਗੱਲ ਹੈ ਕਿ ਸਿਮਰਨ ਜਿਹੜਾ ਕਿਵੇਂ ਹੋਣਾ ਚਾਹੀਦਾ, ਕੇਵਲ ਮੁਖ ਹਿਲਾਉਣ ਦੇ ਨਾਲ ਜਾਂ ਮਨ ਦੇ ਨਾਲ, ਮਨ 'ਚ ਵਸਾਉਣ ਦੇ ਨਾਲ। ਤੇ ਮੈਂ ਬੇਨਤੀ ਕਰ ਰਿਹਾ ਵੀ ਹਰਜੀਤ ਸਿੰਘ ਜੀ ਨੂੰ ਵੀ ਕਿਰਪਾ ਕਰਕੇ ਸਾਨੂੰ ਥੋੜਾ ਇਹਦੇ ਬਾਰੇ ਖੋਲ ਕੇ ਦੱਸੋ ਕਿ ਕਿਉਂਕਿ ਸਿਮਰਨ ਬਾਰੇ ਸਾਧ ਸੰਗਤ ਜੀ ਆਪਾਂ ਦੇਖਦੇ ਹਾਂ ਕਿ ਸਿਰਫ ਇਸ ਪਲੇਟਫਾਰਮ ਤੇ ਨਹੀਂ, ਹਮੇਸ਼ਾ ਹਰ ਥਾਂ ਅਸੀਂ ਦੇਖਦੇ ਹਾਂ ਕਿ ਸਿਮਰਨ ਬਾਰੇ ਚਰਚਾ ਬੜੀ ਹੁੰਦੀ ਵੀ ਸਿਮਰਨ ਕਿਵੇਂ ਕਰੀਏ ਜੀ, ਸਿਮਰਨ ਹੈ ਕੀ ਹੈ ਜੀ। ਔਰ ਬੜੀਆਂ ਇਹਦੇ ਤੇ ਕਿਤਾਬਾਂ ਵੀ ਵਿਦਵਾਨਾਂ ਨੇ ਲਿਖੀਆਂ ਨੇ। ਤੋ ਇਸ ਕਰਕੇ ਬੜਾ ਵਿਸ਼ਾਲ ਵਿਸ਼ਾ ਹੈਗਾ ਤੇ ਇਹਦੇ 'ਚ ਕਿਤਨੇ ਵੀ ਸਵਾਲ ਆ ਜਾਣ ਉਹ ਸੰਭਵ ਨੇ ਕਿ ਆਉਂਦੇ ਹੀ ਰਹਿਣਗੇ। ਤੋ ਸਵਾਲ ਆਉਣੇ ਸਿਮਰਨ ਬਾਰੇ ਵੀ ਇੱਕ ਬਹੁਤ ਵਧੀਆ ਉਮਨ ਹੈ ਕਿ ਸਾਡੇ ਮਨ ਵਿੱਚ ਘੱਟੋ ਘੱਟ ਖਿਆਲ ਜਾਂ ਤੜਪ ਹੈ ਕਿ ਆਪਾਂ ਜੋ ਸਿਮਰਨ ਬਾਰੇ ਸੋਚਿਆ ਠੀਕ ਹੈ ਜਾਂ ਜਿਸ ਤਰ੍ਹਾਂ ਅਸੀਂ ਸਿਮਰਨ ਕਰ ਰਹੇ ਹਾਂ ਉਹ ਠੀਕ ਹੈ। ਤੋ ਇਹਦੇ ਬਾਰੇ ਮੈਂ ਬੇਨਤੀ ਕਰ ਰਿਹਾ ਵੀਰ ਹਰਜੀਤ ਸਿੰਘ ਜੀ ਨੂੰ ਕਿ ਸਾਨੂੰ ਇਹ ਦੱਸੋ ਕਿ ਮਨ ਮੈਂ ਸਿਮਰਨ ਨਾ ਕਿ ਮੁਖ ਮੈਂ ਸਿਮਰਨ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇੱਕ ਐਸਾ ਸ਼ਬਦ ਹੈ ਗੁਰਮਤਿ ਫਿਲਾਸਫੀ ਦੇ ਵਿੱਚ ਸਿਮਰਨ, ਜਿਹਦੇ ਬਾਰੇ ਬਹੁਤ ਹੀ ਚਰਚਾ ਆਮ ਤੌਰ ਤੇ ਸੁਣੀ ਦੀ ਹੈ। ਜਿੱਥੇ ਵੀ ਸੰਗਤ ਜੁੜਦੀ ਹੈ, ਗੁਰੂ ਕੇ ਪਿਆਰੇ ਜੁੜਦੇ ਹਨ, ਇੱਕ ਬੜਾ ਵੱਡਾ ਇਹ ਸਬਜੈਕਟ ਜਿਹੜਾ ਇਸ਼ੂ ਹੈ ਖੜਾ ਹੋ ਜਾਂਦਾ ਹੈ ਵੀ ਸਿਮਰਨ ਵਾਹਿਗੁਰੂ ਕਹਿ ਲੈਣਾ ਸਿਮਰਨ ਹੈ, ਦੂਸਰਾ ਕਹਿੰਦਾ ਨਹੀਂ ਪਾਠ ਕਰਨਾ ਸਿਮਰਨ ਹੈ, ਤੀਜਾ ਹੋਰ ਦਲੀਲ ਦਿੰਦਾ ਹੈ। ਇਸ ਤਰ੍ਹਾਂ ਵੱਖਰੀਆਂ ਦਲੀਲਾਂ ਸਿਮਰਨ ਬਾਰੇ ਦਿੱਤੀਆਂ ਜਾਂਦੀਆਂ ਹਨ। ਸਿਮਰਨ ਦੇ ਜਿਹੜੇ ਅੱਖਰੀ ਅਰਥ ਹਨ ਉਹ ਹੈ ਯਾਦ, ਚਿੰਤਨ, ਚੇਤਾ। ਤੇ ਵਾਹਿਗੁਰੂ ਦਾ, ਪਰਮੇਸ਼ਰ ਦਾ ਸਿਮਰਨ, ਉਹਦੇ ਗੁਣਾਂ ਨੂੰ ਮਨ ਵਿੱਚ ਵਸਾ ਕੇ ਬਾਰ-ਬਾਰ ਉਹਦੀ ਯਾਦ, ਉਹਦਾ ਨਾਮ ਸਿਮਰਨ ਹੈ। ਤੋ ਗੁਣ ਮਨ ਵਿੱਚ ਵਸਾ ਕੇ ਲਫ਼ਜ਼ ਹੈ, ਵਾਹਿਗੁਰੂ ਦੇ ਗੁਣਾਂ ਨੂੰ ਮਨ ਵਿੱਚ ਵਸਾ ਕੇ ਉਹਨਾਂ ਗੁਣਾਂ ਦੀ ਵਾਰ-ਵਾਰ ਯਾਦ ਜਿਹੜੀ ਹੈ ਉਹ ਸਿਮਰਨ ਹੈ। ਭਾਈ ਵੀਰ ਸਿੰਘ ਜੀ ਨੇ ਵੀ ਬਹੁਤ ਪਿਆਰੇ ਸ਼ਬਦ ਲਿਖੇ ਹਨ ਇਹਦੇ ਬਾਰੇ 'ਚ। ਕਹਿੰਦੇ ਸਾਈਂ ਸੂਰਜ ਹੈ, ਨਾਮ ਉਸ ਸੂਰਜ ਦੀ ਧੁੱਪ ਹੈ, ਉਸਦਾ ਪ੍ਰਕਾਸ਼, ਉਸਦੀ ਰੋਸ਼ਨੀ ਉਹ ਸਾਰਿਆਂ ਨੂੰ ਨੂਰੋ ਨੂਰ ਕਰ ਦਿੰਦੀ ਹੈ। ਉਹ ਸਾਥੋਂ ਦੂਰ ਨਹੀਂ, ਨੇੜੇ ਹੈ। ਗਲਤਫਹਿਮੀ, ਵੱਡਾ ਭੁਲੇਖਾ ਵੀ ਵਾਹਿਗੁਰੂ ਦੂਰ ਹੈ, ਇਹ ਸਾਡੇ ਅੰਦਰ ਭੁਲੇਖਾ ਹੈ। ਜਿਵੇਂ ਸੂਰਜ ਦੂਰ ਹੈ ਪਰ ਧੁੱਪ ਨੇੜੇ ਹੈ। ਉਹ ਸੂਰਜ ਦਾ ਨਾਮ, ਧੁੱਪ ਉਹਦਾ ਇੱਕੋ ਚੀਜ਼ ਹੈ, ਉਹਦਾ ਹਿੱਸਾ ਹੈ। ਸਭ ਤੋਂ ਵੱਡਾ ਕਰਮ ਯਾਦ ਹੈ। ਮਨੁੱਖ ਦੇ ਜੀਵਨ ਦੇ ਵਿੱਚ ਸਭ ਤੋਂ ਵੱਡਾ ਕਰਮ ਯਾਦ ਹੈ। ਪਿਆਰ ਨਾਲ, ਪਿਆਰ ਭਰੀ ਯਾਦ ਨਾਲ ਹਰ ਵੇਲੇ, ਹਰ ਸਮੇਂ ਆਪਣੇ ਪਿਤਾ ਪਰਮੇਸ਼ਰ ਦੀ ਨਾਲ ਲੱਗੇ ਰਹਿਣਾ, ਪਿਤਾ ਪਰਮੇਸ਼ਰ ਨੂੰ ਆਪਣੇ ਹਜ਼ੂਰ ਸਮਝਣਾ। ਜਿਸ ਤਰ੍ਹਾਂ ਬੱਚਾ ਮਾਂ ਦੀ ਗੋਦ ਵਿੱਚ ਬੈਠਾ ਰਹਿੰਦਾ ਹੈ, ਇਸੇ ਤਰ੍ਹਾਂ ਪਰਮ ਗੋਦ ਵਿੱਚ ਪਏ ਰਹਿਣਾ, ਉਸ ਪਿਆਰੇ ਦੀ ਗੋਦ ਦਾ ਨਿੱਘ ਮਾਰਨਾ, ਇਹ ਸਿਮਰਨ ਹੈ, ਇਹ ਯਾਦ ਹੈ। ਜਗਤ ਦੇ ਕੰਮ ਕਰਨੇ ਹਨ ਪਰ ਗੋਦ ਵਿੱਚੋਂ ਨਿਕਲ ਕੇ ਨਹੀਂ, ਉਸ ਪ੍ਰੀਤਮ ਦੀ, ਉਸ ਪਿਆਰੇ ਦੀ ਗੋਦ ਵਿੱਚ ਬੈਠ ਕੇ। ਗੁਰਮਤਿ ਦਾ ਮਾਰਗ ਕੰਮ ਛੱਡਣ ਦਾ ਨਹੀਂ ਹੈ। ਗੁਰਮਤਿ ਦਾ ਮਾਰਗ ਉਸ ਪਿਆਰੇ ਦੀ ਗੋਦ ਵਿੱਚ, ਉਹਦੀ ਯਾਦ ਵਿੱਚ, ਗੋਦ ਦਾ ਅਰਥ ਯਾਦ ਹੈ, ਉਹਦੀ ਯਾਦ ਵਿੱਚ ਰਹਿ ਕੇ ਕਰਨੇ ਹਨ। ਅਸੀਂ ਮਨ ਦਾ ਝੁਕਾਓ ਹਮੇਸ਼ਾ ਹੀ ਆਪਣੇ ਉਸ ਵਾਹਿਗੁਰੂ ਵੱਲ, ਪਰਮੇਸ਼ਰ ਵੱਲ, ਜਿਹਦੇ ਵੱਖਰੇ ਨਾਮ ਹਨ, ਜਿਹਨੂੰ ਅਸੀਂ ਕਿਰਤਮ ਨਾਮ ਕਹਿੰਦੇ ਹਾਂ, ਉਹਦੇ ਕੰਮਾਂ ਵੱਲ ਦੇਖ ਕੇ ਜੋ ਅਸੀਂ ਨਾਮ ਰੱਖੇ ਹੋਏ ਹਨ। ਮਨ ਦਾ ਝੁਕਾਓ ਉਸ ਪਾਰਬ੍ਰਹਮ ਵੱਲ, ਪਰਮੇਸ਼ਰ ਵੱਲ ਬਣਿਆ ਰਹੇ। ਕੰਮ ਕਾਜਾਂ ਨਾਲ ਸਾਡਾ ਬਾਰ-ਬਾਰ ਧਿਆਨ ਟੁੱਟਦਾ ਹੈ, ਪਰ ਜਿਸ ਅੰਦਰ ਪਿਆਰੇ ਦੀ ਭੁੱਖ ਹੈ, ਉਹਦਾ ਰੁਖ ਹਮੇਸ਼ਾ ਹੀ ਉਸ ਪਿਆਰੇ ਵੱਲ ਹੁੰਦਾ ਹੈ। ਯਾਦ ਕਦੋਂ ਕਰਦੇ ਹਾਂ ਅਸੀਂ? ਜਦੋਂ ਸਾਨੂੰ ਮਹਿਸੂਸ ਹੋ ਜਾਏ ਕਿ ਕੋਈ ਸਾਡੇ ਤੋਂ ਦੂਰ ਹੈ, ਸਾਡੇ ਤੋਂ ਵਿਛੜਿਆ ਹੋਇਆ ਹੈ।
ਜਦੋਂ ਵਿਛੋੜੇ ਦਾ ਅਹਿਸਾਸ ਨਾ ਰਵੇ, ਯਾਦ ਕਰਨ ਦੀ ਲੋੜ ਖਤਮ ਹੋ ਜਾਂਦੀ ਹੈ। ਇਹ ਸਾਰੀਆਂ ਗੱਲਾਂ ਸਾਨੂੰ ਇਹ ਗੱਲ ਦੱਸਦੀਆਂ ਨੇ ਕਿ ਜਿਸ ਨੂੰ ਅਸੀਂ ਯਾਦ ਕਰਦੇ ਹਾਂ ਜਾਂ ਜਿਸ ਨੂੰ ਅਸੀਂ ਯਾਦ ਕਰਨਾ ਹੈ, ਉਹ ਸਾਡੇ ਤੋਂ ਦੂਰ ਹੈ, ਲੇਕਿਨ ਅਸੀਂ ਉਹਦੀ ਨੇੜਤਾ ਪ੍ਰਾਪਤ ਕਰਨਾ ਚਾਹੁੰਦੇ ਹਾਂ। ਇੱਕ ਤੜਫ ਅੰਦਰ ਹੋਣੀ ਚਾਹੀਦੀ ਹੈ ਉਹਦੀ ਨੇੜਤਾ ਪ੍ਰਾਪਤ ਕਰਨ ਦੀ। ਤਾਂ ਉਸ ਵਾਹਿਗੁਰੂ ਦੀ ਵਾਰ-ਵਾਰ ਯਾਦ ਇਸ ਗੱਲ ਦਾ ਅਹਿਸਾਸ ਹੈ ਕਿ ਅਸੀਂ ਵਾਹਿਗੁਰੂ ਤੋਂ ਵਿਛੜੇ ਹੋਏ ਹਾਂ। ਸਾਡੇ ਵਿਚਾਲੇ ਕੋਈ ਪਰਦਾ ਹੈ, ਸਾਡੇ ਵਿਚਾਲੇ ਕੋਈ ਉਹਦੇ ਵਿੱਚ ਕੋਈ ਕੰਧ ਬਣ ਗਈ ਹੈ। ਉਸ ਦੀ ਨੇੜਤਾ, ਉਸ ਵਾਹਿਗੁਰੂ ਨੂੰ ਹਰ ਥਾਂ ਮੌਜੂਦ ਸਮਝਣਾ, ਉਸ ਦੀ ਨੇੜਤਾ ਨੂੰ ਹਾਸਲ ਕਰਨਾ, ਇਹਨੂੰ ਅਸੀਂ ਸਿਮਰਨ ਕਹਿੰਦੇ ਹਾਂ, ਇਹਨੂੰ ਯਾਦ ਕਹਿੰਦੇ ਹਾਂ, ਚਿੰਤਨ ਕਹਿੰਦੇ ਹਾਂ। ਹੁਣ ਸਿਮਰਨ ਮਨ ਦਾ ਜਾਂ ਸਿਮਰਨ ਮੂੰਹ ਦਾ ਵਿਸ਼ਾ, ਮੇਰੀ ਬੇਨਤੀ ਹੈ ਕਿ ਕੋਈ ਗੱਲ ਵੀ ਅਸੀਂ ਜਦੋਂ ਕਰਨੀ ਹੈ, ਪਹਿਲਾਂ ਸਾਨੂੰ ਜਾਂ ਬੋਲੀ ਜਾਂਦੀ ਹੈ ਜਾਂ ਸੁਣੀ ਜਾਂਦੀ ਹੈ ਜਾਂ ਵੇਖੀ ਜਾਂਦੀ ਹੈ। ਇਕੱਲਾ ਮਨ ਅਹਿਸਾਸ ਕਰਕੇ ਕੋਈ ਕੰਮ ਨਹੀਂ ਕਰ ਸਕਦਾ। ਇਸ ਬੱਚੇ ਨੂੰ ਤੁਸੀਂ ਜਨਮ ਤੋਂ ਬਾਅਦ ਬਾਹਰ ਨਾ ਕੱਢੋ, ਉਹਦੇ ਸਾਹਮਣੇ ਕੋਈ ਗੱਲਬਾਤ ਨਾ ਕਰੋ, ਉਹ ਨਾ ਬੁਲਾਓ ਤਾਂ ਬੋਲਣਾ ਨਹੀਂ ਸਿੱਖਦਾ, ਉਹ ਸੁਣਨਾ ਵੀ ਨਹੀਂ ਸਿੱਖਦਾ, ਕਿਉਂਕਿ ਉਹਨੂੰ ਪਤਾ ਨਹੀਂ, ਅਹਿਸਾਸ ਨਹੀਂ ਹੈ। ਇਸੇ ਤਰ੍ਹਾਂ ਹੀ ਇਹ ਜਿਹੜੀ ਪਿਆਰੇ ਦੀ ਯਾਦ ਸੁਣਨ ਨਾਲ, ਦੇਖੋ ਸੁਣਨਾ, ਇਹਦੇ ਸਿਮਰਨ ਦੇ ਵੱਖਰੇ ਵੱਖਰੇ ਹਿੱਸੇ ਹਨ। ਉਦਮੀ ਤੇ ਸਾਵਧਾਨ ਹੋਣਾ, ਸੁਣਨਾ, ਵਿਚਾਰਨਾ, ਅੱਗੇ ਇਹਦੇ ਹਿੱਸੇ ਤੁਰੇ ਜਾਂਦੇ ਹਨ। ਤਾਂ ਪਹਿਲੀ ਗੱਲ ਸਾਡੀ ਸੁਣਨ ਤੋਂ ਜਾਂ ਕੰਨਾਂ ਨਾਲ ਸੁਣਨ ਤੋਂ, ਮੂੰਹ ਤੋਂ ਬੋਲਣ ਤੋਂ, ਅੱਖਾਂ ਨਾਲ ਵੇਖਣ ਤੋਂ ਸ਼ੁਰੂ ਹੁੰਦੀ ਹੈ। ਜਦੋਂ ਵੀ ਅਸੀਂ ਕੋਈ ਗੱਲ ਕਰਦੇ ਹਾਂ ਤਾਂ ਬਾਰ-ਬਾਰ ਮੈਨੂੰ ਯਾਦ ਆ ਗਿਆ, ਛੋਟੇ ਹੁੰਦੇ ਅਸੀਂ ਸਕੂਲ ਵਿੱਚ ਪੜ੍ਹਦੇ ਸੀ, ਸਾਨੂੰ ਆ ਟੇਬਲ ਜਿਹਨੂੰ ਅੱਜ ਕਹਿੰਦੇ, ਅੱਜ ਉਹ ਪਹਾੜੇ ਕਹਿੰਦੇ ਸਨ, ਉਹ ਕਰਾਏ ਜਾਂਦੇ ਸੀ। ਉਦੋਂ ਦੇ ਪੜ੍ਹੇ ਹੋਏ ਪਹਾੜੇ ਬਾਰ-ਬਾਰ ਦੁਹਰਾਏ ਹੋਏ, ਰੋਜ਼ ਸ਼ਾਮ ਨੂੰ ਜਦੋਂ ਛੁੱਟੀ ਤੋਂ ਪਹਿਲਾਂ ਅੱਧਾ ਪੌਣਾ ਘੰਟਾ ਸਾਨੂੰ ਲਾਈਨਾਂ 'ਚ ਖੜੇ ਹੋ ਕੇ ਇਹ ਪਹਾੜੇ ਪੜ੍ਹਾਏ ਜਾਂਦੇ ਸੀ। ਪਰ ਉਦੋਂ ਦੇ ਪੜ੍ਹੇ ਹੋਏ ਪਹਾੜੇ ਜੋ ਅਸੀਂ 7, 8, 10 ਸਾਲ ਦੀ ਉਮਰ 'ਚ ਪੜ੍ਹੇ ਹੋਣਗੇ, ਅੱਜ ਵੀ ਸਾਡੇ ਚਿੰਤਨ ਦਾ ਹਿੱਸਾ ਬਣ ਚੁੱਕੇ ਹਨ। ਕਿਉਂ ਬਣੇ? ਬਾਰ-ਬਾਰ ਯਾਦ ਕਰਕੇ, ਬਾਰ-ਬਾਰ ਬੋਲ ਕੇ, ਬਾਰ-ਬਾਰ ਕਹਿ ਕੇ। ਅੱਜ ਕੈਲਕੂਲੇਟਰ ਦੀ ਲੋੜ ਨਹੀਂ ਹੈ। 16 × 16, 16 × 60, 256, 256, 12 × 144, 13 × 169। ਕਿਉਂ? ਕਿਉਂਕਿ ਉਹ ਸਾਡੀ ਯਾਦ ਦਾ ਇੱਕ ਹਿੱਸਾ ਬਣ ਗਏ, ਜਿਹਨੂੰ ਅਸੀਂ ਬਾਰ-ਬਾਰ ਕਿਹਾ। ਸਿਮਰਨ ਚਿੰਤਨ ਦਾ ਇੱਕ ਹਿੱਸਾ ਹੈ, ਅੰਦਰ ਦਾ ਹਿੱਸਾ ਹੈ, ਪਰ ਹਿੱਸਾ ਇੱਕ ਵਾਰ ਬੋਲਣ ਨਾਲ ਜਾਂ ਕਹਿਣ ਨਾਲ ਜਾਂ ਪੜ੍ਹਨ ਨਾਲ ਨਹੀਂ ਬਣਦਾ। ਸਾਡੇ ਅੰਦਰ ਉਹਦੀ ਪਰਮਾਤਮਾ ਨਾਲੋਂ ਵਿੱਥ ਪਈ ਹੋਈ ਹੈ, ਤੇ ਇਹ ਵਿੱਥ ਮਿਟਾਉਣ ਲਈ ਬਾਰ-ਬਾਰ ਉਹਨੂੰ ਯਾਦ ਕਰਨਾ ਪਏਗਾ। ਉਹਦਾ ਢੰਗ ਗੁਰਬਾਣੀ ਨੂੰ ਪੜ੍ਹਨਾ, ਗੁਰਬਾਣੀ ਨੂੰ ਵਿਚਾਰਨਾ, ਸ਼ਬਦ ਨੂੰ ਪੜ੍ਹਨਾ, ਸ਼ਬਦ ਦੀ ਵਿਚਾਰ ਕਰਨੀ, ਸਹਿਜ ਪਾਠ ਕਰ ਲੈਣਾ। ਕਈ ਢੰਗ ਅਲੱਗ ਹਨ, ਹੈ ਸਭ ਉਹਦੀ ਯਾਦ, ਪਰ ਕੇਵਲ ਪੜ੍ਹ ਲੈਣਾ ਜਾਂ ਕੇਵਲ ਸੁਣ ਲੈਣਾ ਇੱਥੋਂ ਤੱਕ ਸੀਮਤ ਨਹੀਂ ਹੈ। ਅੱਗੇ ਅਮਲੀ ਜੀਵਨ ਸ਼ੁਰੂ ਹੁੰਦਾ ਹੈ, ਪ੍ਰੈਕਟੀਕਲ ਸ਼ੁਰੂ ਹੁੰਦਾ। ਉਹਨੂੰ ਮਨ ਦੇ ਵਿੱਚ ਕਹਿੰਦੇ ਆ, ਉਹਨੂੰ ਅਸੀਂ ਕਹਿੰਦੇ ਮਨਮੈ ਸਿਮਰਨ। ਮਨਮੈ ਸਿਮਰਨ ਕੀ ਹੈ? ਵਾਹਿਗੁਰੂ ਦੇ ਗੁਣ ਜੋ ਅਸੀਂ ਪੜ੍ਹੇ ਹਨ, ਜੋ ਸੁਣੇ ਹਨ, ਉਹਦੇ ਅਨੁਸਾਰ ਤੁਹਾਡਾ ਪ੍ਰੈਕਟੀਕਲ ਜੀਵਨ ਬਣ ਜਾਣਾ, ਜੋ ਰੋਜ਼ਾਨਾ ਦੀ ਜ਼ਿੰਦਗੀ ਸਾਡੀ ਉਸ ਕਰਮ ਅਨੁਸਾਰ ਬਣ ਜਾਣੀ। ਜੇ ਮਨਮੈ ਸਿਮਰਨ ਇਹੋ ਹੀ ਹੈ, ਮਨ ਚਿੰਤਨ ਦੇ ਵਿੱਚ ਵਸਣ ਦਾ ਹੋਰ ਕੋਈ ਮਤਲਬ ਨਹੀਂ ਹੈ। ਵਾਹਿਗੁਰੂ ਦੇ ਗੁਣਾਂ ਦੇ, ਜਿਹੜੇ ਗੁਣ ਵਾਹਿਗੁਰੂ ਦੇ ਹਨ, ਪਰਮੇਸ਼ਰ ਦੇ ਗੁਣ ਹਨ, ਉਸ ਕਰਤੇ ਦੇ ਗੁਣ ਹਨ, ਉਹਨਾਂ ਗੁਣਾਂ ਮੁਤਾਬਕ ਸਾਡੀ ਜ਼ਿੰਦਗੀ ਚੇਂਜ ਆ ਜਾਣੀ, ਬਦਲ ਜਾਣੀ। ਸਿਮਰਨ ਇਹ ਹੈ। ਜਾਂ ਇੱਕੋ ਅਸੀਂ ਬਾਰ-ਬਾਰ, ਭਾਵੇਂ ਸਾਰੀ ਜ਼ਿੰਦਗੀ 'ਚ ਅਸੀਂ 100 ਵਾਰ ਵੀ ਪਾਠ ਕਰ ਲਈਏ, 100 ਅਖੰਡ ਪਾਠ ਵੀ ਕਰ ਲਈਏ, 100 ਸਹਿਜ ਪਾਠ ਵੀ ਕਰ ਲਈਏ, ਜੇ ਸਾਡੀ ਜੀਵਨ ਵਿੱਚ ਚੇਂਜ ਨਹੀਂ ਹੈ, ਖੜੋਤ ਹੈ, ਤੇ ਖੜੇ ਹੋਏ ਪਾਣੀ ਵਿੱਚ ਹਮੇਸ਼ਾ ਫਿਰ ਕਿਰਮ ਪੈਦਾ ਹੋ ਜਾਂਦੇ ਹਨ। ਉਹ ਪਾਣੀ ਫਿਰ ਸੁਗੰਧੀ ਨਹੀਂ ਦਿੰਦਾ, ਦੁਰਗੰਧ ਦਿੰਦਾ ਹੈ, ਖੜਾ ਹੋਇਆ ਪਾਣੀ ਵੀ। ਤਾਂ ਖੜੋਤ ਦੂਰ ਕਰਨ ਲਈ ਬਾਰ-ਬਾਰ ਉਹਦੀ ਯਾਦ ਹੈ। ਦੇਖੋ, ਅੰਬ ਦਾ ਸੀਜ਼ਨ ਹੁੰਦਾ ਸੀ। ਅੰਬ ਜਦੋਂ ਅਸੀਂ ਚੂਪਦੇ ਸੀ, ਕਦੀ ਵੀ ਇਨਸਾਨ ਆਪਣੇ ਮੂੰਹ 'ਚੋਂ ਕੱਢ ਕੇ ਦੁਬਾਰਾ ਉਹ ਚੀਜ਼ ਮੂੰਹ 'ਚ ਨਹੀਂ ਪਾਉਂਦਾ। ਪਰ ਮੈਨੂੰ ਯਾਦ ਹੈ, ਅਸੀਂ ਅੰਬ ਜਦੋਂ ਚੂਪਣਾ, ਜਦ ਤੱਕ ਗਿਟਕ ਉਹ ਚਿੱਟੀ ਨਹੀਂ ਹੋ ਜਾਣੀ ਪੀਲੀ ਤੋਂ, ਬਾਰ-ਬਾਰ ਉਦੋਂ ਅਸੀਂ ਮੂੰਹ 'ਚ ਪਾਉਂਦੇ ਸਾਂ, ਕੱਢ ਲੈਂਦੇ ਸੀ। ਕਿਉਂ? ਉਸ ਅੰਬ ਦੇ ਰਸਤੇ ਦਾ ਪੂਰਾ ਰਸ ਲੈਣ ਲਈ, ਉਸ ਅੰਬ ਦਾ
ਅਸੀਂ ਬਾਰ-ਬਾਰ ਉਹਨੂੰ ਅਸੀਂ ਇਸ ਤਰ੍ਹਾਂ ਕਰਦੇ ਸੀ। ਤਾਂ ਇਹੀ ਗੱਲ ਇਹ ਹੈ ਕਿ ਵਾਹਿਗੁਰੂ ਦੀ ਯਾਦ ਨੂੰ ਆਪਣੇ ਅੰਦਰ ਦਾ ਹਿੱਸਾ ਬਣਾਉਣ ਲਈ ਸਾਨੂੰ ਬਾਰ-ਬਾਰ ਗੁਰੂ ਦੇ ਗੁਣ, ਗੁਰੂ ਦੀ ਵਡਿਆਈ, ਗੁਰੂ ਦੀ ਗੱਲ ਕਰਨੀ ਪਵੇਗੀ। ਅਦਰਵਾਈਜ਼ ਅਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਵਾਹਿਗੁਰੂ ਨਾਲ ਮਿਲਾਪ ਕਰ ਲਿਆ। ਤਾਂ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਪਰਮੇਸ਼ਰ ਦੇ ਨਾਲ ਸਾਨੂੰ ਹਮੇਸ਼ਾ ਜੁੜ ਕੇ, ਉਹਦੇ ਅੰਦਰ ਜੁੜਨਾ ਕਦੋਂ ਹੈ? ਪਹਿਲਾਂ ਪੜ੍ਹਨਾ ਪੈਂਦਾ ਹੈ, ਵਿਚਾਰਨਾ ਪੈਂਦਾ, ਸੁਣਨਾ ਪੈਂਦਾ ਹੈ। ਕਿਉਂ ਸਿਮਰਨ ਕਰਦੇ ਹਾਂ ਅਸੀਂ? ਪਹਿਲੀ ਗੱਲ ਵੀ ਅਸੀਂ ਪਰਮਾਤਮਾ ਦੀ ਅੰਸ਼ ਹਾਂ। ਦੂਜਾ, ਸਾਡਾ ਪਰਮਾਤਮਾ ਤੋਂ ਵਿਛੋੜਾ ਹੋਇਆ ਹੈ। ਤੀਜਾ, ਸਾਡੇ ਮਨ ਦੀ ਰੁਚੀ ਮਾਇਆ ਵੱਲੋਂ ਹਟ ਜਾਵੇ, ਟੁੱਟੀ ਹੋਈ ਲਿਵ ਫਿਰ ਵਾਹਿਗੁਰੂ ਨਾਲ ਜੁੜ ਜਾਏ, ਵਾਹਿਗੁਰੂ ਨਾਲੋਂ ਵਿਛੋੜਾ ਦੂਰ ਹੋ ਜਾਏ, ਉਸ ਨਾਲ ਸਾਡਾ ਮਿਲਾਪ ਹੋ ਜਾਏ, ਸਾਡਾ ਅੰਦਰ ਸ਼ਕਤੀਸ਼ਾਲੀ ਤੇ ਮਜ਼ਬੂਤ ਬਲਵਾਨ ਹੋ ਜਾਏ, ਵਾਹਿਗੁਰੂ ਦੇ ਸਦਾ ਸਹਾਈ ਹੋਣ ਦਾ ਨਿਸ਼ਚਾ ਸਾਡੇ ਅੰਦਰ ਆਵੇ। ਇਹਦੇ ਲਈ ਸਿਮਰਨ ਦੀਆਂ ਲੋੜਾਂ ਫਿਰ ਹਨ: ਉਦਮੀ ਤੇ ਸਾਵਧਾਨ ਹੋਣਾ, ਡਿਸਪਲਿਨ ਵਿੱਚ ਰਹਿਣਾ, ਸ਼ਬਦ ਰੂਪੀ ਦੀਵੇ ਦਾ ਆਨੰਦ ਮਾਣਨਾ, ਵਿਸ਼ਵਾਸ ਰੱਖਣਾ, ਨਿਸ਼ਚਾ ਰੱਖਣਾ, ਵਾਹਿਗੁਰੂ ਦੇ ਭੈ ਵਿੱਚ ਰਹਿਣਾ। ਇਹਦੇ ਢੰਗ ਹਨ: ਉਚਾਰਨਾ ਜਾਂ ਸੁਣਨਾ, ਧਿਆਨ, ਵਿਚਾਰ, ਗਿਆਨ, ਵਿਸਮਾਦ, ਪਿਆਰ ਤੇ ਲਿਵ, ਤੇ ਸਭ ਤੋਂ ਆਖਰੀ ਚੀਜ਼ ਹੈ ਵਾਹਿਗੁਰੂ ਦੀ ਨਦਰ, ਕਰਮ, ਬਖਸ਼ਿਸ਼। ਉਹਦੇ ਲਈ ਅਰਦਾਸ, ਉਹਦੇ ਅੱਗੇ ਪਿਆਰ ਕਰਨਾ, ਉਸ ਵਾਹਿਗੁਰੂ ਦੀ ਯਾਦ ਵਿੱਚ ਹਮੇਸ਼ਾ ਜੁੜਨਾ। ਤਾਂ ਅਸਲ ਵਿੱਚ ਇਹ ਉਹਦੀ ਯਾਦ ਹੈ, ਸਿਮਰਨ ਹੈ। ਅਸੀਂ ਇਹ ਕਹਿ ਲਈਏ ਕਿ ਸਿਮਰਨ ਇੱਕ ਪ੍ਰੈਕਟੀਕਲ ਚੀਜ਼ ਹੈ। ਥਿਓਰੈਟੀਕਲੀ ਕੇਵਲ ਕਹੀ ਜਾਣਾ ਜਾਂ ਕੋਈ ਜਾਣਾ ਇਹ ਸਿਮਰਨ ਨਹੀਂ ਹੈ। ਅਸੀਂ ਇਹ ਵੀ ਕਈ ਵੀ ਕਿਸੇ ਖਾਸ ਸ਼ਬਦ ਦਾ ਸਿਮਰਨ ਕਿਉਂ ਕਰਦੇ ਹਾਂ, ਕਈ ਵਾਰੀ ਵੀ ਦਲੀਲਾਂ ਆ ਜਾਂਦੀਆਂ ਨੇ। ਮੇਰੀ ਬੇਨਤੀ, ਯਾਦ ਦੇ ਢੰਗ ਹਨ, ਹਰ ਮਨੁੱਖ ਦੀ ਆਪੋ ਆਪਣੀ ਯਾਦ ਹੈ, ਉਹਦਾ ਤਰੀਕਾ ਹੈ, ਉਹ ਆਪਣੇ ਪਰ ਅਸਲ ਕਰਮ ਹੈ ਵੀ ਉਹ ਸਾਡੇ ਪ੍ਰੈਕਟੀਕਲ ਜੀਵਨ ਵਿੱਚ ਉਹਦੀ ਖੁਸ਼ਬੂ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਹਰਜੀਤ ਸਿੰਘ ਜੀ ਨੇ ਬਹੁਤ ਸਾਰੇ ਨੁਕਤੇ ਥੋੜੇ ਜਿਹੇ ਸਮੇਂ ਸਾਨੂੰ ਦੱਸੇ ਨੇ। ਸਾਧ ਸੰਗਤ ਜੀ, ਬੜੇ ਗੌਰ ਤਲਬ ਨੇ। ਕੁਝ ਗੱਲਾਂ ਜਿਵੇਂ ਪਰਮ ਗੋਦ ਦੀ ਥਾਂ ਤੇ ਪਰਮ ਗੋਦ, ਕਿ ਵਾਹਿਗੁਰੂ ਦੀ ਪਰਮ ਗੋਦ ਹੈ। ਜਿਵੇਂ ਬੱਚਾ ਮਾਂ ਪਿਓ ਦੀ ਗੋਦ ਵਿੱਚ ਆਨੰਦ ਮਾਣਦਾ, ਜਿਸ ਵੇਲੇ ਅਸੀਂ ਵਾਹਿਗੁਰੂ ਜੀ ਨਾਲ ਜੁੜਦੇ ਹਾਂ। ਸੋ ਗੱਲ ਅਖੀਰ ਇਹੀ ਹੈ ਕਿ ਜਿਹੜੀ ਵੀਰ ਜੀ ਨੇ ਕਹੀ ਕਿ ਵਿੱਥ ਮਟਾਉਣੀ ਹੈ। ਗੱਲ ਤੇ ਹੈ ਕਿ ਸਾਡੀ ਵਿੱਥ ਪਈ ਹੈ ਵਾਹਿਗੁਰੂ ਤੋਂ, ਉਹਦੇ ਕਈ ਕਾਰਨ ਨੇ, ਜਿਹੜੇ ਕਿ ਅਣਗਿਣਤ ਕਾਰਨ ਹੀ ਅਣਗਿਣਤ ਨੇ, ਕਿ ਕਦੀ ਕਿਸੇ ਕਾਰਨ ਕਰਕੇ, ਕਦੀ ਕਿਸੇ ਕਾਰਨ ਕਰਕੇ ਵਾਹਿਗੁਰੂ ਤੋਂ ਸਾਡੀ ਵਿੱਥ ਪਈ ਰਹਿੰਦੀ ਹੈ, ਜਿਸ ਕਰਕੇ ਅਸੀਂ ਦੁਖੀ। ਸਾਨੂੰ ਆਪਣੇ ਪਿਤਾ ਵਾਹਿਗੁਰੂ, ਮਾਤਾ ਵਾਹਿਗੁਰੂ ਦੀ ਗੋਦ ਚਾਹੀਦੀ ਹੈ। ਉਹਦੀ ਯਾਦ ਨਾਲ ਜੁੜਨਾ ਹੈ। ਜੁੜਨ ਦੇ ਤਰੀਕੇ ਵੀ ਅਨੇਕਾਂ ਨੇ। ਸਿਮਰਨ ਜਿਹੜਾ, ਜਿਸ ਤਰ੍ਹਾਂ ਵਾਹਿਗੁਰੂ ਬੇਅੰਤ ਹੈ, ਇਸੇ ਤਰ੍ਹਾਂ ਉਹਦਾ ਸਿਮਰਨ ਵੀ ਬੇਅੰਤ। ਕੋਈ ਆਖੇ ਕਿ ਮੈਂ ਦੱਸ ਸਕਦਾ ਇਹ ਸਿਮਰਨ ਹੈ, ਮੇਰੇ ਖਿਆਲ ਉਹ ਵੀ ਸ਼ਾਇਦ ਪੋਸੀਬਲ ਨਹੀਂ ਹੈ। ਤਾਂ ਇਸ ਕਰਕੇ ਜਿਤਨਾ ਸਾਨੂੰ ਪਤਾ ਲੱਗ ਸਕਦਾ ਹੈ, ਗੱਲ ਸਿਰੇ ਦੀ ਉਹਨਾਂ ਅਖੀਰ ਤੇ ਜਿਹੜੀ ਕਹੀ ਉਹ ਇਹੀ ਹੈ ਕਿ ਅਸੀਂ ਕਿਵੇਂ ਵਾਹਿਗੁਰੂ ਜੀ ਨਾਲ ਜੁੜ ਜਾਣਾ, ਤਾਂ ਜੇ ਸਾਡਾ ਜੀਵਨ ਜਿਹੜਾ ਪ੍ਰੈਕਟੀਕਲ ਜੀਵਨ ਜਿਹੜਾ ਹੈ ਉਹ ਨਿਰਮਲ ਜੀਵਨ ਬਣ ਜਾਏ। ਸੁਖਮਨੀ ਸਾਹਿਬ ਜੀ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸੋ ਗੱਲ ਤੇ ਨਿਰਮਲ ਕਰਮ, ਤੋਂ ਨਿਰਮਲ ਕਰਮ ਕਰਨ ਜਿਹੜੇ ਉਹੀ ਯਾਦ ਹੈ। ਬਾਕੀ ਜੇ ਕੋਈ ਆਪਾਂ ਟੈਕਨੀਕ ਪਿੱਛੇ ਜਾਈਏ ਜਾਂ ਕਿਸੇ ਖਾਸ ਹੋਰ ਕਿਸੇ ਅੱਖਰਾਂ ਜਾਂ ਵਾਕਾਂ ਪਿੱਛੇ ਜਾਈਏ, ਤੇ ਉਹਦੇ 'ਚ ਮੈਂ ਨਹੀਂ ਕਹਿੰਦਾ ਵੀ ਗਲਤ ਨੇ ਜਾਂ ਠੀਕ ਨੇ, ਵੱਖੋ ਵੱਖਰੇ ਤਰੀਕੇ ਨੇ। ਦੇਖੋ, ਕਿਸੇ ਇੱਕ ਸਥਾਨ ਤੇ ਪਹੁੰਚਣ ਲਈ ਉਹਨੂੰ 4, 5, 6 ਰਸਤੇ ਜਾ ਸਕਦੇ ਨੇ। ਦੇਖਣਾ ਸਿਰਫ ਇਹ ਹੁੰਦਾ ਕਿ ਕਿਹੜਾ ਰਸਤਾ ਜਿਹੜਾ ਸੁਖੈਨ ਹੈ, ਆਸਾਨ ਹੈ। ਪਰ ਜੇ ਕਿਸੇ ਰਸਤੇ ਵੀ ਕੋਈ ਜਾਏਗਾ, ਭਾਵੇਂ ਉਹ ਤੰਗੀ ਕੱਟ ਕੇ ਜਾਏਗਾ, ਜੇ ਪਹੁੰਚ ਜਾਏਗਾ ਤਾਂ ਠੀਕ। ਜੇਕਰ ਅਸੀਂ ਵਾਹਿਗੁਰੂ ਨਾਲ ਇੱਕ ਹੋ ਜਾਈਏ ਤਾਂ ਬਿਲਕੁਲ ਠੀਕ ਹੈ। ਤਾਂ ਇਸ ਕਰਕੇ ਇਹ ਵਿਸ਼ਾ ਬੜਾ ਵਿਸ਼ਾਲ ਹੈ। ਤਾਂ ਸਾਹ ਹਰਜੀਤ ਸਿੰਘ ਜੀ ਨੇ ਸਾਨੂੰ ਥੋੜੇ ਜਿਹੇ ਸਮੇਂ 'ਚ ਕਾਫੀ ਗੱਲਾਂ ਜਿਹੜੀਆਂ ਦੱਸੀਆਂ ਨੇ, ਤੇ ਗਾਏ ਬਗਾਏ ਅੱਗੇ ਪਿੱਛੇ ਵੀ ਸਿਮਰਨ ਦੀ ਗੱਲ ਹੁੰਦੀ ਰਹਿੰਦੀ ਹੈ ਔਰ ਹੁੰਦੀ ਰਹੇਗੀ। ਤਾਂ ਸਤਸੰਗ ਦੀ ਬੇਨਤੀ ਹੈ ਕਿ ਜੋ ਵੀ ਆਪ ਜੀ ਦੇ ਇਨਪੁਟਸ ਆਉਣਗੇ, ਅਸੀਂ ਜ਼ਰੂਰ, ਹੁਣ ਵੀ ਗਰੁੱਪ ਚੈਟਸ ਹੈਗੇ ਨੇ, ਅਸੀਂ ਜ਼ਰੂਰ ਆਪਣੇ ਨੋਟਿਸ 'ਚ ਰੱਖਾਂਗੇ ਔਰ ਗਾਏ ਬਗਾਏ ਉਹਨਾਂ ਨੂੰ ਜ਼ਰੂਰ ਵਿਚਾਰਾਂਗੇ। ਧੰਨਵਾਦ ਵੀਰ ਹਰਜੀਤ ਸਿੰਘ ਜੀ, ਆਪ ਜੀ ਦਾ ਵੀ।